Welcome to my YouTube channel. I hope you know me. In case you don't, my name is Jasveer Singh. In this video, we are going to learn 10 new words that these words are very common in IELTS reading practice tests. If you are struggling with your reading module, I highly recommend you to learn new words, especially those words that are very common in reading modules. Considering this fact, I'm trying to get familiar you people with the most common words, and my target is to teach you at least 600 new words, and these words are very common in IELTS reading modules. So this is the part 3 video. In each video, you will find 10 new words. You can watch other videos on my YouTube channel and kindly subscribe my YouTube channel for new videos. And if you think these videos are useful to you, kindly press the like button and comment under the video, and kindly share this video with your friends who are also struggling with IELTS reading. So let's start with our first word, that is radical. Pause the video and try to judge its meaning. Here is its meaning. ਰੈਡੀਕਲ ਦਾ ਮੀਨਿੰਗ ਹੁੰਦਾ ਹੈਗਾ ਆ ਪਰ ਆਪਾਂ ਡੈਫੀਨੇਸ਼ਨ ਪੜ੍ਹਦੇ ਹੈਗੇ ਆ। ਕਾਫੀ ਡਿਫਰੈਂਟ ਮੀਨਿੰਗ ਨੇ ਰੈਡੀਕਲ ਦੇ। especially of change or action especially of change of action relating to or affecting the fundamental nature of something, far reaching or thorough. So relating to relating to or affecting the fundamental nature of something, ਕੋਈ ਐਸੀ ਚੀਜ਼ ਆ ਕਿਸੇ ਚੀਜ਼ ਦਾ ਜਿਹੜਾ ਫੰਡਾਮੈਂਟਲ ਨੇਚਰ ਆ ਉਹਨੂੰ ਚੇਂਜ ਕਰ ਰਹੀ ਹੈ ਜਾਂ ਅਫੈਕਟ ਕਰ ਰਹੀ ਹੈ, ਉਹਨੂੰ ਆਪਾਂ ਰੈਡੀਕਲ ਬੋਲ ਦਿੰਦੇ ਹੈਗੇ ਆ। ਥੋਰੋਗੋਇੰਗ ਸਿਮਿਲਰ ਸ਼ਬਦ ਹੈਗਾ। ਟੋਟਲ, ਐਂਟਾਇਰ, ਐਬਸੋਲਿਊਟ, ਇਹ ਸਾਰੇ ਕੀ ਨੇ ਸਿਮਿਲਰ ਵਰਡਸ ਹੈਗੇ ਆ। ਇੱਕ ਹੋਰ ਡੈਫੀਨੇਸ਼ਨ ਹੈਗੀ ਆ, ਫਾਰਮਿੰਗ ਐਨ ਇਨਹੈਰੈਂਟ ਔਰ ਫੰਡਾਮੈਂਟਲ ਪਾਰਟ ਆਫ ਦਾ ਨੇਚਰ ਆਫ ਸਮਥਿੰਗ ਔਰ ਸਮਵਨ। ਫਾਰਮਿੰਗ ਐਨ ਇਨਹੈਰੈਂਟ ਹੁੰਦਾ ਅੰਦਰੂਨੀ, ਫੰਡਾਮੈਂਟਲ ਉਹਦਾ ਬੇਸਿਕ ਪਾਰਟ ਆ। ਕਿਸੇ ਚੀਜ਼ ਦਾ ਜਿਹੜਾ ਬੇਸਿਕ ਪਾਰਟ ਆ ਉਹਨੂੰ ਫਾਰਮ ਕਰਨਾ, ਉਹਨੂੰ ਵੀ ਆਪਾਂ ਰੈਡੀਕਲ ਬੋਲ ਦਿੰਦੇ ਹੈਗੇ ਆ। ਇੱਕ ਹੋਰ ਡੈਫੀਨੇਸ਼ਨ ਹੈਗੀ ਆ, ਐਡਵੋਕੇਟਿੰਗ ਔਰ ਬੇਸਡ ਔਨ ਥੋਰੋ ਔਰ ਕੰਪਲੀਟ ਪੋਲੀਟੀਕਲ ਔਰ ਸੋਸ਼ਲ ਚੇਂਜ। ਕੋਈ ਬੰਦਾ ਹੈਗਾ ਉਹ ਆਰਗਿਊ ਕਰ ਰਿਹਾ ਹੈਗਾ ਆ ਕਿਸੇ ਚੇਂਜ ਦੇ ਲਈ, ਪੋਲੀਟੀਕਲ ਚੇਂਜ ਦੇ ਲਈ ਜਾਂ ਕਿਸੇ ਸੋਸ਼ਲ ਚੇਂਜ ਦੇ ਲਈ। representing or supporting an extreme or progressive section of the political party, ਕਿ ਕਿਸੇ ਪੋਲੀਟੀਕਲ ਪਾਰਟੀ ਨੂੰ ਰਿਪਰਜੈਂਟ ਕਰ ਰਿਹਾ, ਸਪੋਰਟ ਕਰ ਰਿਹਾ, ਜਿਹੜੀ ਐਕਸਟਰੀਮ ਔਰ ਪ੍ਰੋਗਰੈਸਿਵ ਸੈਕਸ਼ਨ ਹੈ, ਜਿਹੜਾ ਡਿਵੈਲਪਮੈਂਟ ਨੂੰ ਡਿਮਾਂਡ ਕਰ ਰਿਹਾ, ਉਹਨੂੰ ਵੀ ਆਪਾਂ ਰੈਡੀਕਲ ਬੋਲ ਦਿੰਦੇ ਹੈਗੇ। ਥੋੜ੍ਹੀ ਜਿਹੀ ਵਰਡ ਅਜੀਬ ਹੈਗਾ, ਕੋਈ ਕਲੀਅਰ ਕੱਟ ਜਿਹਾ ਇਹਦਾ ਮੀਨਿੰਗ ਨਹੀਂ ਹੈਗਾ। ਮੈਂ ਜਿਹੜਾ ਰੈਡੀਕਲ ਦਾ ਮੀਨਿੰਗ ਪੰਜਾਬੀ 'ਚ ਦੇਖਦਾ ਹੈਗਾ, ਮੈਂ ਤੈਨੂੰ ਅਜੀਬ ਯਾਨੀ ਕਿ ਡਿਫਰੈਂਟ ਕਹਿਣਾ ਹੁੰਦਾ ਜ਼ਿਆਦਾਤਰ, ਅਨਯੂਜੂਅਲ ਦੀ ਤਰ੍ਹਾਂ ਇਹਨੂੰ ਮੈਂ ਲੈਂਦਾ ਹੈਗਾ ਵਰਡਸ ਨੂੰ, ਪਰ ਇਹਦੇ ਡੈਫੀਨੇਸ਼ਨ ਸਾਰੀਆਂ ਡਿਫਰੈਂਟ ਜੀ ਹੈਗੀਆਂ ਨੇ। ਸੋ ਲੈਟਸ ਮੂਵ ਟੂ ਦ ਨੈਕਸਟ ਵਰਡ, that is stimulate. Stimulate. Pause the video and try to judge its meaning. Here is its meaning. ਸਟਿਮੂਲੇਟ ਵੈਸੇ ਆਪਾਂ ਕਿਸੇ ਚੀਜ਼ ਨੂੰ ਸ਼ੁਰੂਆਤ ਕਰਨਾ ਵੀ ਆਪਾਂ ਕਹਿ ਸਕਦੇ ਹੈਗੇ, ਕਿਸੇ ਚੀਜ਼ ਨੂੰ ਐਨਰਜਾਈਜ਼ ਕਰਨਾ। ਰੇਜ਼ ਲੈਵਲਸ ਆਫ ਸਾਈਕੋਲੋਜੀਕਲ ਔਰ ਨਰਵਸ ਐਕਟੀਵਿਟੀ ਇਨ ਅ ਬੋਡੀ ਔਰ ਬਾਇਓਲੋਜੀਕਲ ਸਿਸਟਮ। ਆਪਾਂ ਲੈਵਲ ਰੀਚ ਕਰਨੇ ਆ ਸਾਈਕੋਲੋਜੀਕਲ ਦੇ ਜਾਂ ਨਰਵਸ ਐਕਟੀਵਿਟੀ ਦੀ। ਉਹੀ ਗੱਲ ਕਿਸੇ ਨੂੰ ਐਨਰਜਾਈਜ਼ ਕਰਨਾ, ਸਟਾਰਟ ਕਰਨਾ, ਉਹਨੂੰ ਆਪਾਂ ਸਟਿਮੂਲੇਟ ਬੋਲ ਦਿੰਦੇ ਹੈਗੇ। ਟਿਪੀਕਲ ਵਰਡਸ ਇੱਥੇ ਲਿਖੇ ਹੋਏ ਹੈਗੇ ਆ, ਇਨਵਿਗੋਰੇਟਿੰਗ, ਐਨਰਜਾਈਜ਼ਿੰਗ, ਰੀਸਟੋਰਿੰਗ। ਹੋਰ ਡੈਫੀਨੇਸ਼ਨ ਕੀ ਕਹਿੰਦੀ ਹੈ, ਐਨਕਰੇਜ ਔਰ ਅਰੂਜ ਇੰਟਰਸਟ। ਅਰੂਜ ਹੁੰਦਾ ਇੰਟਰਸਟ ਨੂੰ ਵਧਾਉਣਾ, ਐਨਕਰੇਜ ਔਰ ਅਰੂਜ ਇੰਟਰਸਟ ਔਰ ਐਂਥੂਜੀਆਜ਼ਮ ਇਨ। ਕਿਸੇ ਬੰਦੇ ਦਾ ਐਨਕਰੇਜ ਕਰਨਾ, ਕਿਸੇ ਬੰਦੇ ਨੂੰ ਕਿਸੇ ਦਾ ਇੰਟਰਸਟ ਇਨਕਰੀਜ਼ ਕਰਨਾ, ਉਹਨੂੰ ਵੀ ਆਪਾਂ ਸਟਿਮੂਲੇਟ ਬੋਲ ਦਿੰਦੇ ਹੈਗੇ। ਐਨਕਰੇਜ ਡਿਵੈਲਪਮੈਂਟ ਆਫ ਔਰ ਇਨਕਰੀਜ਼ਡ ਐਕਟੀਵਿਟੀ ਇਨ। ਕਿਸੇ ਨੂੰ ਡਿਵੈਲਪਮੈਂਟ ਨੂੰ ਐਨਕਰੇਜ ਕਰਨਾ ਜਾਂ ਐਕਟੀਵਿਟੀ ਨੂੰ ਇਨਕਰੀਜ਼ ਕਰਨਾ, ਉਹਨੂੰ ਵੀ ਆਪਾਂ ਸਟਿਮੂਲੇਟ ਬੋਲ ਦਿੰਦੇ ਹੈਗੇ। ਸੋ ਲੈਟਸ ਮੂਵ ਟੂ ਦ ਨੈਕਸਟ ਵਰਡ, that is
influential, influential. Here is its meaning, ਜੋ ਬੰਦਾ ਦੂਸਰੇ ਬੰਦੇ ਨੂੰ ਇਨਫਲੂਐਂਸ ਕਰ ਸਕੇ ਉਹਨੂੰ ਆਪਾਂ ਇਨਫਲੂਐਂਸ਼ੀਅਲ ਬੋਲ ਦਿੰਦੇ ਹਾਂ। ਐਡਜੈਕਟਿਵ ਹੈਗਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਵਿਰਾਟ ਕੋਹਲੀ ਇੱਕ ਇਨਫਲੂਐਂਸ਼ੀਅਲ ਪਰਸਨੈਲਿਟੀ ਹੈ, ਇਨਫਲੂਐਂਸ਼ੀਅਲ ਪਰਸਨੈਲਿਟੀ ਆ, ਉਹ ਲੋਕਾਂ ਨੂੰ ਇਨਫਲੂਐਂਸ ਕਰ ਸਕਦਾ, ਪ੍ਰਭਾਵਿਤ ਕਰ ਸਕਦਾ। ਹੈਵਿੰਗ ਗ੍ਰੇਟ ਇਨਫਲੂਐਂਸ ਔਨ ਸਮਵਨ ਔਰ ਸਮਥਿੰਗ, ਕਿਸੇ ਉੱਤੇ ਗ੍ਰੇਟ ਇਨਫਲੂਐਂਸ ਹੋਣਾ, ਉਹਨੂੰ ਆਪਾਂ ਇਨਫਲੂਐਂਸ਼ੀਅਲ ਬੋਲ ਦਿੰਦੇ ਹੈਗੇ। ਪਾਵਰਫੁਲ ਸਿਮਿਲਰ ਵਰਡਸ ਨੇ, ਡੋਮੀਨੈਂਟ, ਕੰਟਰੋਲਿੰਗ, ਇਹ ਸਾਰੇ ਸਿਮਿਲਰ ਵਰਡਸ ਆ ਜਾਂਦੇ ਹੈਗੇ ਆ। Let's move to the next word, that is suffer. Suffer. Here is its meaning. Suffer ਦਾ meaning ਹੈਗਾ experience or be subjected to, ਕਿਸੇ ਚੀਜ਼ ਨੂੰ experience ਕਰਨਾ ਉਹਨੂੰ ਆਪਾਂ suffer ਬੋਲ ਦਿੰਦੇ ਹੈਗੇ ਆ। He suffered intense pain, ਉਹ ਬਹੁਤ ਜ਼ਿਆਦਾ intense pain ਤੋਂ suffer ਕਰਿਆ, ਕੀਤਾ, ਉਹਨੂੰ ਬਹੁਤ ਜ਼ਿਆਦਾ ਯਾਨੀ ਕਿ ਸਫਰਡ ਕਰਿਆ, ਉਹਨੇ ਐਕਸਪੀਰੀਅੰਸ ਕਰੀ ਬਹੁਤ ਜ਼ਿਆਦਾ ਪੇਨ। ਐਕਸਪੀਰੀਅੰਸ ਔਰ ਬੀ ਸਬਜੈਕਟਡ ਟੂ ਸਮਥਿੰਗ ਬੈਡ ਔਰ ਅਨਪਲੇਜ਼ੈਂਟ। Okay, so let's move to the next word, that is improvise. Improvise. Here is its meaning. Definition ਕੀ ਕਹਿੰਦੀ ਹੈਗੀ ਆ, create or perform spontaneous without preparation, ਕੋਈ ਚੀਜ਼ ਆਪਾਂ ਪਰਫੋਰਮ ਕਰ ਰਹੇ ਹਾਂ ਜਾਂ ਕ੍ਰੀਏਟ ਕਰ ਰਹੇ ਹਾਂ, ਚਾਹੇ ਉਹ ਮਿਊਜ਼ਿਕ ਆ, ਡਰਾਮਾ ਆ ਜਾਂ ਕੁਝ ਹੋਰ ਆ, ਜਿਹੜਾ ਸਪੌਂਟੇਨੀਅਸ ਆ, ਵਿਦਾਊਟ ਪ੍ਰੈਪਰੇਸ਼ਨ, ਬਿਨਾਂ ਕਿਸੇ ਪ੍ਰੈਪਰੇਸ਼ਨ ਤੋਂ ਆਪਾਂ ਕੋਈ ਚੀਜ਼ ਪਰਫੋਰਮ ਕਰ ਰਹੇ ਉਹਨੂੰ ਆਪਾਂ ਇੰਪਰੋਵਾਈਜ਼ ਬੋਲ ਦਿੰਦੇ ਹੈਗੇ ਆ। ਸੈਕਿੰਡ ਡੈਫੀਨੇਸ਼ਨ ਇਜ਼ ਪ੍ਰੋਡਿਊਸ ਔਰ ਮੇਕ ਸਮਥਿੰਗ ਫਰੋਮ ਵਟ ਐਵਰ ਇਜ਼ ਅਵੇਲੇਬਲ, ਕੋਈ ਚੀਜ਼ ਆਪਾਂ ਨੇ ਪ੍ਰੋਡਿਊਸ ਕਰੀ ਹੈਗੀ ਆ, ਬਣਾਈ ਹੈਗੀ ਆ, ਜੋ ਵੀ ਤੁਹਾਡੇ ਕੋਲ ਉਸ ਟਾਈਮ ਅਵੇਲੇਬਲ ਸੀ ਉਹਨਾਂ ਨੂੰ ਜੋੜ ਤੋੜ ਕੇ ਤੁਸੀਂ ਜੋ ਚੀਜ਼ ਬਣਾਈ ਉਹਨੂੰ ਆਪਾਂ ਇੰਪਰੋਵਾਈਜ਼ ਕਹਿ ਦਿੰਦੇ ਹਾਂ। ਕੋਈ ਪਲਾਨ ਲਈ ਵੀ ਆਪਾਂ ਕਹਿ ਸਕਦੇ ਹਾਂ, ਕੋਈ ਐਸਾ ਪਲਾਨ ਆ, ਕੋਈ ਪਲਾਨ ਤਾਂ ਖੈਰ ਹੁੰਦਾ ਨਹੀਂ, ਅਨਪਲਾਨਡ ਥਿੰਗ ਨੂੰ ਆਪਾਂ, ਕੋਈ ਐਕਟੀਵਿਟੀ ਆ ਆਪਾਂ ਪਲਾਨ ਨਹੀਂ ਕਰੀ ਬਸ ਜਸਟ ਪਰਫੋਰਮ ਕਰਤੀ, ਉਹਨੂੰ ਆਪਾਂ ਇੰਪਰੋਵਾਈਜ਼ ਕਹਿ ਦਿੰਦੇ ਹਾਂ, ਉਹਦੇ ਵਧੀਆ ਰਿਜ਼ਲਟ ਵੀ ਆਏ ਹੈਗੇ ਆ। ਸੋ ਲੈਟਸ ਮੂਵ ਟੂ ਦ ਨੈਕਸਟ ਵਰਡ, that is intimate. Intimate. Here is its meaning. ਇੰਟੀਮੇਟ ਹੁੰਦਾ ਆ ਕਿਸੇ ਨੂੰ ਫੈਮੀਲੀਅਰ ਕਰਵਾਉਣਾ, ਇੰਟੀਮੇਟਮ ਆਪਾਂ ਦਿੰਦੇ ਹੈਗੇ ਆ, ਅਲਟੀਮੇਟਮ ਦਿੰਦੇ ਹੈਗੇ ਆ। ਸੋ ਇੰਟੀਮੇਟ ਕਿਸੇ ਨੂੰ ਨੋਟੀਫਾਈ ਵੀ ਕਰਨਾ ਹੋ ਸਕਦਾ, ਫੈਮੀਲੀਅਰ ਕਰਵਾਉਣਾ। ਕਲੋਜ਼ਲੀ ਐਕੁਆਇੰਟਡ, ਕਲੋਜ਼ਲੀ ਐਕੁਆਇੰਟਡ ਮਤਲਬ ਜਿਹੜਾ ਕਲੋਜ਼ਲੀ ਆਪਾਂ ਜਾਣਕਾਰ ਆ ਉਹਨੂੰ ਇੰਟੀਮੇਟ ਕਹਿ ਦਿੰਦੇ ਹੈਗੇ ਆ। ਫੈਮੀਲੀਅਰ ਕਿਸੇ ਨਾਲ, ਕਲੋਜ਼ ਸਿਮਿਲਰ ਵਰਡ ਹੈਗਾ, ਫੈਮੀਲੀਅਰ ਸਿਮਿਲਰ ਵਰਡ ਹੈਗਾ। ਆਫ ਅ ਪਲੇਸ ਔਰ ਸੈਟਿੰਗ ਹੈਵਿੰਗ ਅ ਕੋਜ਼ੀ ਐਂਡ ਪ੍ਰਾਈਵੇਟ ਔਰ ਰਿਲੈਕਸਡ ਐਟਮੋਸਫੇਅਰ, ਕੋਈ ਐਸੀ ਪਲੇਸ ਨੂੰ ਵੀ ਆਪਾਂ ਕਹਿ ਸਕਦੇ ਹੈਗੇ ਜਿਹੜੀ ਕੋਜ਼ੀ ਆ, ਬਹੁਤ ਜ਼ਿਆਦਾ ਠੰਡੀ ਨਹੀਂ, ਬਹੁਤ ਜ਼ਿਆਦਾ ਗਰਮ ਨਹੀਂ, ਅਤੇ ਪ੍ਰਾਈਵੇਟ ਆ, ਅਤੇ ਬਹੁਤ ਹੀ ਰਿਲੈਕਸਿੰਗ ਐਟਮੋਸਫੇਅਰ ਆ, ਉੱਥੇ ਫਰੈਂਡਲੀ ਆ, ਉਹਨੂੰ ਵੀ ਆਪਾਂ ਇੰਟੀਮੇਟ ਬੋਲ ਸਕਦੇ ਹੈਗੇ ਆ। ਇਨਵੋਲਵਿੰਗ ਇਨ ਅ ਵੈਰੀ ਕਲੋਜ਼ ਕਨੈਕਸ਼ਨ, ਕਲੋਜ਼ ਕਨੈਕਸ਼ਨ ਵਿੱਚ ਇਨਵੋਲਵ ਕਰਨਾ ਉਹਨੂੰ ਵੀ ਇੰਟੀਮੇਟ ਬੋਲ ਦਿੰਦੇ ਹੈਗੇ ਆ। ਵੈਰੀ ਕਲੋਜ਼ ਫਰੈਂਡ ਨੂੰ ਵੀ ਆਪਾਂ ਇੰਟੀਮੇਟਸ ਬੋਲ ਸਕਦੇ ਹੈਗੇ ਆ। So let's move to the next word. Next word is conceive. Conceive. Pause the video and try to judge its meaning. Here is its meaning. Conceive means ਇੱਕ ਜੋ ਲੇਡੀ ਪ੍ਰੈਗਨੈਂਟ ਹੁੰਦੀ ਹੈਗੀ ਆ ਉਹਨੂੰ ਆਪਾਂ ਕੰਸੀਵ ਕਹਿ ਦਿੰਦੇ ਹੈਗੇ ਆ ਕਿ ਉਹਨਾਂ ਨੇ ਬੱਚਾ ਕੰਸੀਵ ਕਰ ਲਿਆ ਹੈਗਾ ਆ। ਸੋ ਮੇਨਲੀ ਇਹਦਾ ਇਹੀ ਮੀਨਿੰਗ ਹੈ ਕੰਸੀਵ ਦਾ, ਜਾਂ ਫਿਰ ਫੋਰਮ ਔਰ ਡਿਵਾਈਸ ਅ ਪਲਾਨ ਔਰ ਆਈਡੀਆ ਇਨ ਦ ਮਾਈਂਡ, ਕੋਈ ਆਈਡੀਏ ਨੂੰ ਪਲਾਨ ਕਰਨਾ ਮਾਈਂਡ ਦੇ ਵਿੱਚ, ਉਹਨੂੰ ਆਪਾਂ ਕੰਸੀਵ ਕਹਿ ਸਕਦੇ ਹਾਂ। ਥਿੰਕ ਅਪ, ਥਿੰਕ ਆਫ, ਕਮ ਅਪ ਵਿਦ, ਇਹ ਸਾਰੇ ਸਿਮਿਲਰ ਵਰਡਸ ਹੈਗੇ। ਡਿਵਾਈਸ, ਕੰਸੀਵ, ਕੋਈ ਆਈਡੀਆ ਮਾਈਂਡ ਵਿੱਚ ਡਿਵੈਲਪ ਕਰਨਾ ਨਾ, ਦੈਟ ਇਜ਼ ਕਾਲਡ ਕੰਸੀਵ। ਲੈਟਸ ਮੂਵ ਟੂ ਦ ਨੈਕਸਟ ਵਰਡ, that is detach. Detach. Here is its meaning. Disengage something or part of something or remove it. Detach ਮਤਲਬ ਕਿਸੇ ਨੂੰ ਕੋਈ ਚੀਜ਼ ਅਟੈਚ ਸੀ ਉਹਨੂੰ ਆਪਾਂ ਨੇ
ਅਨਅਟੈਚ ਕਰਤਾ, ਦੈਟ ਇਜ਼ ਕਾਲਡ ਡਿਟੈਚ। ਡਿਸਇੰਗੇਜ ਸਮਥਿੰਗ ਔਰ ਪਾਰਟ ਆਫ ਸਮਥਿੰਗ ਔਰ ਰਿਮੂਵ, ਕਿਸੇ ਚੀਜ਼ ਨੂੰ ਰਿਮੂਵ ਕਰ ਦੇਣਾ ਉਹਨੂੰ ਆਪਾਂ ਡਿਸਇੰਗੇਜ ਜਾਂ ਡਿਟੈਚ ਬੋਲ ਦਿੰਦੇ ਹੈਗੇ ਆ। ਅਨਫਾਈਸੈਂਟ, ਫਾਈਸੈਂਟ, ਜਿਵੇਂ ਆਪਾਂ ਕਾਰ ਦੇ ਵਿੱਚ ਬਹਿ ਕੇ ਸੀਟ ਬੈਲਟ ਲਗਾਉਂਦੇ ਹਾਂ, ਆਪਾਂ ਉਹਨੂੰ ਫਾਈਸਨ ਬੋਲਦੇ ਹਾਂ ਕਿ ਸੀਟ ਬੈਲਟ ਫਾਈਸਨ ਕਰ ਲਓ। ਅਨਫਾਈਸਨ ਮਤਲਬ ਉਹਨੂੰ ਉਤਾਰ ਦਿਓ, ਸੀਟ ਬੈਲਟ ਨੂੰ ਉਤਾਰ ਦਿਓ। ਡਿਸਕਨੈਕਟਡ, ਡਿਸਅੰਗੇਜ, ਇਹ ਸਾਰੇ ਸਿਮਿਲਰ ਵਰਡਸ ਹੈਗੇ ਆ। ਹੋਰ ਕੀ ਡੈਫੀਨੇਸ਼ਨ ਹੈਗੀ ਆ? ਲੀਵ ਔਰ ਸੈਪਰੇਟ ਸਮਵਨ ਫਰੋਮ ਅ ਗਰੁੱਪ, ਕਿਸੇ ਬੰਦੇ ਨੂੰ ਗਰੁੱਪ ਦੇ ਵਿੱਚੋਂ ਕੱਢ ਦੇਣਾ ਜਾਂ ਸੈਪਰੇਟ ਕਰ ਦੇਣਾ, ਉਹਨੂੰ ਵੀ ਆਪਾਂ ਡਿਟੈਚ ਬੋਲ ਸਕਦੇ ਹੈਗੇ ਆ। Let's move to the next word, that is prevalent. Prevalent, here is its meaning. Prevalent ਦਾ meaning ਹੁੰਦਾ common, widespread। ਇਹ ਵੀ task 2 ਚ use ਹੋਣ ਵਾਲਾ word ਹੈਗਾ। widespread in a particular area or at a particular time, ਕੋਈ ਐਸੀ ਚੀਜ਼ ਆ ਜਿਹੜੀ ਬਹੁਤ ਜ਼ਿਆਦਾ ਪੋਪੂਲਰ ਹੈਗੀ ਹੈ ਕਿਸੇ ਪਰਟੀਕੂਲਰ ਏਰੀਆ ਜਾਂ ਕਿਸੇ ਪਰਟੀਕੂਲਰ ਟਾਈਮ ਦੇ ਵਿੱਚ। ਵਾਈਡਸਪ੍ਰੈਡ ਹੋ ਗਈ ਇਹ ਚੀਜ਼, ਉਹ ਕਾਮਨ ਹੈਗੀ ਹੈ। ਦੋ ਸਿਮਿਲਰ ਵਰਡਸ ਹੈਗੇ, ਵਾਈਡਸਪ੍ਰੈਡ ਐਂਡ ਕਾਮਨ, ਦੈਟ ਇਜ਼ ਪ੍ਰੀਵਲੈਂਟ। ਲੈਟਸ ਮੂਵ ਟੂ ਦ ਨੈਕਸਟ ਵਰਡ, ਦੈਟ ਇਜ਼ ਇੰਟੈਂਡ। ਇੰਟੈਂਡ, ਹੇਅਰ ਇਜ਼ ਇਟਸ ਮੀਨਿੰਗ। ਇੰਟੈਂਡ ਦਾ ਮੀਨਿੰਗ ਹੈਗਾ ਇਰਾਦਾ, ਇੰਟੈਂਸ਼ਨ, ਉਹਨੂੰ ਆਪਾਂ ਇੰਟੈਂਡ ਕਹਿ ਦਿੰਦੇ ਹੈਗੇ। ਹੈਵ ਅ ਕੋਰਸ ਆਫ ਐਕਸ਼ਨ ਐਜ਼ ਵਨਸ ਪਰਪਜ਼ ਔਰ ਇੰਟੈਂਸ਼ਨ, ਜਿਹੜਾ ਤੁਹਾਡੀ ਇੰਟੈਂਸ਼ਨ ਆ, ਤੁਸੀਂ ਉਸ ਇੰਟੈਂਸ਼ਨ ਨੂੰ ਫੁਲਫਿਲ ਕਰਨ ਦੇ ਲਈ ਜੋ ਵੀ ਕੋਰਸ ਆਫ ਐਕਸ਼ਨ ਕਰਦੇ ਹੋ ਉਹਨੂੰ ਤੁਹਾਡੀ ਇੰਟੈਂਡ ਬੋਲ ਦਿੰਦੇ ਹੈਗੇ ਆ। ਜਿਵੇਂ ਇੱਥੇ ਲਿਖਿਆ ਦਾ ਕੰਪਨੀ ਇੰਟੈਂਡਸ ਟੂ ਕੱਟ 400 ਜੋਬ, ਯਾਨੀ ਕਿ ਕੰਪਨੀ ਦਾ ਇਰਾਦਾ ਹੈਗਾ 400 ਜੋਬਸ ਘਟਾਉਣ ਦਾ, ਦੈਟ ਇਜ਼ ਕਾਲਡ ਇੰਟੈਂਡ। ਪਲਾਨ ਦੈਟ ਸਮਥਿੰਗ ਸ਼ੁੱਡ ਬੀ ਔਰ ਡੂ ਸਮਥਿੰਗ, ਕੋਈ ਐਸਾ ਪਲਾਨ ਆ ਕਿ ਜੋ ਤੁਸੀਂ ਕੀਤਾ, ਤੁਸੀਂ ਪਲਾਨ ਕਰ ਰਹੇ ਹੋ ਕਿ ਇਹ ਚੀਜ਼ ਹੋਣੀ ਚਾਹੀਦੀ ਆ, ਉਹਨੂੰ ਆਪਾਂ ਇੰਟੈਂਡ ਬੋਲ ਦਿੰਦੇ ਹੈਗੇ ਆ। ਸਿਮਿਲਰ ਵਰਡਸ ਵੀ ਪਲਾਨ ਤੇ ਮੀਨ ਹੀ ਲਿਖਿਆ ਹੈਗਾ ਹੈ। ਸੋ these are the 10 words that we learned today. So I recommend to pause this video here and try to recall all the meaning of these words. So that's all for this video. Thank you very much for watching this video till the end. One more time, kindly subscribe my YouTube channel and like this video if you like it and share it with others.